ਤੁਸੀਂ ਪਿਛਲੇ ਭਾਗ 'ਚ ਪੜ੍ਹਿਆ ਕਿ ਅਧਿਆਪਕਾ ਦੀ ਗੱਲ ਸੁਣ ਰੇਨੋ ਦੀ ਮਾਂ ਦਾ ਸਰੀਰ ਕੰਬ ਗਿਆ ਸੀ। ਅਧਿਆਪਕ ਨੇ ਉਸ ਨੂੰ ਦੱਸਿਆ ਕਿ ਮੈਂ ਨੋਟ ਕੀਤਾ ਹੈ ਕਿ ਇੱਕ ਤਾਂ ਉਸ ਦੀਆਂ ਅੱਖਾਂ 'ਚ ਹਮੇਸ਼ਾ ਨੀਂਦ ਰਹਿੰਦੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਰਾਤ ਨੂੰ ਸੌਂਦੀ ਹੀ ਨਾ ਹੋਵੇ ਅਤੇ ਥੋੜ੍ਹਾ ਲੰਗੜਾ ਕੇ ਤੁਰਦੀ ਹੈ। ਪੁੱਛਦੇ ਹਾਂ ਤਾਂ ਕਹਿੰਦੀ ਹੈ ਕਿ ਮੇਰੇ ਸਰੀਰ 'ਚ ਦਰਦ ਰਹਿੰਦਾ ਹੈ। ਮੈਂ ਥੋੜ੍ਹੀ ਜਿਹੀ ਬਿਮਾਰ ਹਾਂ, ਇਸ ਲਈ ਮੈਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਛੁੱਟੀ ਦੇ ਦਿੱਤੀ ਸੀ। ਪਰ ਉਸ ਤੋਂ ਪਹਿਲਾਂ ਤਾਂ ਤੁਹਾਡੀ ਧੀ ਬਹੁਤ ਵਧੀਆ ਤਰੀਕੇ ਨਾਲ ਹੋਸਟਲ ਆਉਂਦੀ ਸੀ। ਉਸ ਦਾ ਟਾਈਮ ਟੇਬਲ ਵੀ ਬਹੁਤ ਵਧੀਆ ਸੀ। ਸਾਡੇ ਹੋਸਟਲ ਦੇ ਰੂਲ ਬਹੁਤ ਸਖਤ ਹਨ। ਲੜਕੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ। ਜੇਕਰ ਕੋਈ ਲੜਕੀ ਬਿਨਾਂ ਦੱਸੇ ਹੋਸਟਲ ਛੱਡ ਦੇਵੇ ਤਾਂ ਅਸੀਂ ਉਸਦੇ ਮਾਂ-ਬਾਪ ਨੂੰ ਉਸੇ ਦਿਨ ਦੱਸ ਦਿੰਦੇ ਹਾਂ ਕਿ ਅੱਜ ਤੁਹਾਡੀ ਬੱਚੀ ਹੋਸਟਲ ਨਹੀਂ ਆਈ। ਪਰ ਤੁਹਾਡੀ ਧੀ ਹੋਸਟਲ 'ਚ ਅਜਿਹੀ ਕੋਈ ਹਰਕਤ ਨਹੀਂ ਕਰਦੀ ਜਿਸ ਕਰਕੇ ਤੁਹਾਨੂੰ ਪਰੇਸ਼ਾਨ ਹੋਣਾ ਪਵੇ। ਪਰ ਤੁਹਾਨੂੰ ਉਸਦੀ ਘਰ 'ਚ ਨਿਗਰਾਨੀ ਰੱਖਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਉਹ ਰਾਤ ਨੂੰ ਸੌਂਦੀ ਹੀ ਨਹੀਂ। ਕਿ ਤੁਸੀਂ ਆਪਣੀ ਧੀ ਨਾਲ ਉਸਦੇ ਕਮਰੇ ਸੌਂਦੇ ਹੋ? ਅਧਿਆਪਕਾ ਦੀ ਪੁੱਛਣ 'ਤੇ ਮੈਂ ਨਾਚ ਸਿਰ ਹਿਲਾਇਆ। ਉਹ ਕਹਿੰਦੀ ਹੈ ਕਿ ਮੈਂ ਵੱਡੀ ਹੋ ਗਈ ਹਾਂ, ਇਸ ਲਈ ਮੈਂ ਅੱਡ ਸੌਣਾ ਚਾਹੁੰਦੀ ਹਾਂ। ਮੇਰੀ ਗੱਲ ਸੁਣ ਕੇ ਮੀਨਾਕਸ਼ੀ ਮੈਡਮ ਨੇ ਆਪਣਾ ਸਿਰ ਫੜ ਲਿਆ ਅਤੇ ਬੋਲੀ ਕਿ ਤੁਸੀਂ ਲੜਕੀ ਦੀ ਮਾਂ ਹੋ। ਇਸ ਉਮਰ 'ਚ ਬੱਚਿਆਂ ਨੂੰ ਅੱਡ ਕਮਰੇ 'ਚ ਨਹੀਂ ਸੌਣ ਦੇਣਾ ਚਾਹੀਦਾ। ਉਹਨਾਂ ਨਾਲ ਰਿਹਾ ਜਾਂਦਾ ਹੈ। ਉਹਨਾਂ ਦੀ ਇੱਕ ਹਰਕਤ 'ਤੇ ਨਜ਼ਰ ਰੱਖੀ ਜਾਂਦੀ ਹੈ ਤਾਂ ਕਿ ਕਿਤੇ ਉਹ ਆਪਣੇ ਮਾਂ-ਬਾਪ ਦੀ ਇੱਜ਼ਤ ਨੂੰ ਮਿੱਟੀ 'ਚ ਨਾ ਮਿਲਾ ਦੇਣ। ਮੈਡਮ ਦੀ ਗੱਲ ਸੁਣ ਮੈਂ ਬਹੁਤ ਡਰ ਗਈ ਸੀ। ਮੈਂ ਆਪਣੀ ਬੇਟੀ ਬਾਰੇ ਹੁਣ ਬਹੁਤ ਡੂੰਘਾਈ ਨਾਲ ਖੋਜ ਪੜਤਾਲ ਕੀਤੀ। ਹੁਣ ਮੈਨੂੰ ਸਿਰਹਾਣੇ ਵਾਲਾ ਸੀਨ ਯਾਦ ਆਉਣ ਲੱਗਾ। ਇੱਕ ਦਿਨ ਮੈਂ ਆਪਣੀ ਧੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਸੀ। ਉੱਥੇ 500 ਦੇ ਨੋਟ ਪਏ ਹੋਏ ਸਨ। ਉਸ ਵੇਲੇ ਮੈਂ ਸਮਝ ਹੀ ਨਹੀਂ ਸਕੀ ਸੀ ਕਿ ਮੇਰੀ ਧੀ ਕੋਲ ਐਨੇ ਪੈਸੇ ਕਿੱਥੋਂ ਆਏ, ਜਦੋਂ ਕਿ ਮੈਂ ਉਸ ਨੂੰ ਕਦੇ 100 ਰੁਪਏ ਵੀ ਨਹੀਂ ਦਿੰਦੀ। ਪਰ ਹੁਣ ਉਹ ਖੁਦ ਬ ਖੁਦ ਅਮੀਰ ਹੋਣ ਲੱਗੀ ਸੀ। ਖੈਰ, ਮੈਂ ਘਰ ਆਈ ਤਾਂ ਮੇਰੇ ਦਿਮਾਗ 'ਚ ਬਹੁਤ ਸਾਰੇ ਸਵਾਲ ਸਨ। ਮੈਂ ਉਸ ਨਾਲ ਗੱਲ ਵੀ ਨਹੀਂ ਕਰ ਸਕਦੀ ਕਿਉਂਕਿ ਉਸਨੇ ਮੈਨੂੰ ਝੂਠ ਹੀ ਬੋਲਣਾ ਸੀ। ਜਿਵੇਂ ਤਿਵੇਂ ਦਿਨ ਦੇ ਫਿਰ ਰਾਤ ਦਾ ਸਮਾਂ ਲੰਘ ਗਿਆ। ਸਵੇਰ ਹੋਈ ਤਾਂ ਆਪਣੀ ਬੇਟੀ ਨੂੰ ਫਿਰ ਤੋਂ ਉਸੇ ਹਾਲਾਤ 'ਚ ਦੇਖ ਕੇ ਪੱਕਾ ਇਰਾਦਾ ਕਰ ਲਿਆ ਕਿ ਅੱਜ ਪੂਰਾ ਦਿਨ ਆਪਣੀ ਬੇਟੀ ਨਾਲ ਹੀ ਰਹਾਂਗੀ ਅਤੇ ਰਾਤ ਨੂੰ ਉਸਦੇ ਨਾਲ ਹੀ ਪਵਾਂਗੀ। ਉਸਦੇ ਆਉਣ ਤੋਂ ਪਹਿਲਾਂ ਹੀ ਮੈਂ ਘਰ ਦੇ ਸਾਰੇ ਕੰਮ ਨਿਬੇੜ ਲਏ ਅਤੇ ਉਸਦੇ ਆਉਣ ਤੋਂ ਬਾਅਦ ਬਿਲਕੁਲ ਫ੍ਰੀ ਹੋ ਗਈ ਸੀ। ਮੈਂ ਉਸਦੇ ਕਮਰੇ 'ਚ ਬਹਾਨੇ ਨਾਲ ਚਲੀ ਗਈ। ਮੈਂ ਸੋਚਿਆ ਕਿ ਅੱਜ ਉਸਦੇ ਕਮਰੇ ਦੀ ਸਫਾਈ ਕਰਾਂਗੀ ਤਾਂ ਕਿ ਕੋਈ ਨਾ ਕੋਈ ਸੁਰਾਗ ਮਿਲ ਸਕੇ। ਜਿਵੇਂ ਹੀ ਉਸਦੇ ਕਮਰੇ 'ਚ ਗਈ ਤਾਂ ਉਹ ਮੈਨੂੰ ਦੇਖ ਤ੍ਰਬਕ ਗਈ ਅਤੇ ਬੋਲੀ, ਕੀ ਗੱਲ ਹੈ ਮਾਂ, ਤੁਹਾਨੂੰ ਕੁਝ ਚਾਹੀਦਾ ਹੈ? ਮੈਂ ਕਿਹਾ, ਚਾਹੀਦਾ ਤਾਂ ਨਹੀਂ, ਪਰ ਤੇਰੇ ਕਮਰੇ ਦੀ ਕਾਫੀ ਦਿਨਾਂ ਤੋਂ ਸਫਾਈ ਨਹੀਂ ਹੋਈ ਤਾਂ ਮੈਂ ਸੋਚਿਆ ਕਿ ਅੱਜ ਤੇਰੇ ਕਮਰੇ ਦੀ ਸਫਾਈ ਕਰਾਂਗੀ। ਮੇਰੀ ਧੀ ਉੱਠ ਕੇ ਖੜੀ ਹੋ ਗਈ ਅਤੇ ਬੋਲੀ, ਮਾਂ, ਕੀ ਤੁਸੀਂ ਇਹਨਾਂ ਕੰਮਾਂ ਲਈ ਰਹਿ ਗਏ ਹੋ? ਤੁਸੀਂ ਬੈਠੋ, ਮੈਂ ਸਫਾਈ ਕਰਾਂਗੀ ਅਤੇ ਤੁਹਾਡੇ ਸਾਹਮਣੇ ਹੀ ਕਰਾਂਗੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਆਪਣੇ ਕਮਰੇ ਦੀ ਸਫਾਈ ਨਹੀਂ ਕਰਦੀ, ਉਹ ਸਫਾਈ ਕਰ ਰਹੀ ਸੀ ਤਾਂ ਮੇਰੀ ਨਜ਼ਰ ਕਮਰੇ 'ਚ ਹਰ ਪਾਸੇ ਜਾ ਰਹੀ ਸੀ। ਮੈਨੂੰ ਕਮਰੇ 'ਚ ਸਿਰਫ ਨਵੇਂ ਕੱਪੜੇ ਹੀ ਦਿਸ ਰਹੇ ਸਨ। ਉੱਠ ਕੇ ਉਸ ਦੀ ਅਲਮਾਰੀ ਖੋਲ੍ਹੀ ਤਾਂ ਉਹ ਝੱਟ ਮੇਰੇ ਕੋਲ ਆਈ ਅਤੇ ਕਿਹਾ ਕਿ ਮਾਂ, ਤੁਹਾਨੂੰ ਕੀ ਚਾਹੀਦਾ ਹੈ? ਮੈਂ ਉਸ ਨੂੰ ਇੱਕ ਪਾਸੇ ਕੀਤਾ ਅਤੇ ਕਿਹਾ ਕਿ ਮੈਂ ਤੇਰੀ ਮਾਂ ਹਾਂ ਅਤੇ ਮੈਂ ਜਦੋਂ ਚਾਹਾਂ ਦੇਖ ਸਕਦੀ ਹਾਂ ਕਿ ਇਸ ਅਲਮਾਰੀ 'ਚ ਕੀ ਹੈ। ਜਦੋਂ ਮੈਂ ਅਲਮਾਰੀ ਖੋਲ੍ਹੀ ਤਾਂ ਉਸ 'ਚ ਨਵੇਂ ਕੱਪੜੇ ਸਨ। ਕੱਪੜੇ ਦੇਖ ਮੇਰੇ ਹੋਸ਼ ਉੱਡ ਗਏ। ਮੈਨੂੰ ਉਸ ਦੀ ਹੋਸਟਲ ਦੀ ਲਕਸ਼ਮੀ ਮੈਡਮ ਦੀ ਯਾਦ ਆਉਣ ਲੱਗੀ, ਜਿਸ ਨੇ ਕਿਹਾ ਸੀ ਕਿ ਤੁਹਾਡੀ ਬੇਟੀ ਦੀ ਤਾਂ ਕੋਈ ਸਹੇਲੀ ਹੀ ਨਹੀਂ ਹੈ। ਕੱਪੜੇ ਦੇਣਾ ਤਾਂ ਦੂਰ ਦੀ ਗੱਲ, ਉਹ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰਦੀ। ਉਸਨੇ ਜੋ ਜਨਮ ਦਿਨ ਵਾਲੀ ਕਹਾਣੀ ਸੁਣਾਈ ਸੀ ਮੈਨੂੰ, ਉਹ ਵੀ ਝੂਠੀ ਸੀ। ਮੇਰੀ ਬੇਟੀ ਨੇ ਸਿਰਹਾਣੇ ਹੇਠ ਅੱਜ ਵੀ ਕੁਝ ਲੁਕਾ ਕੇ ਰੱਖਿਆ ਸੀ। ਜਦੋਂ ਚੈੱਕ ਕੀਤਾ ਤਾਂ ਉਸ ਹੇਠ ਮੇਕਅਪ ਦਾ ਸਮਾਨ ਸੀ। ਬੇਟੀ ਦੇ ਚਿਹਰੇ ਦਾ ਰੰਗ ਉੱਡਣ ਲੱਗਾ।
मैं पूछया कि ये सब की है, ਤਾਂ ਬੋਲੀ ਕਿ ਮਾਂ ਤੁਸੀਂ ਗੁੱਸਾ ਨਾ ਕਰੋ, ਅਸਲ 'ਚ ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਹਾਂ ਅਤੇ ਉਸ ਤੋਂ ਜੋ ਪੈਸੇ ਬਣਦੇ ਹਨ ਉਹਨਾਂ 'ਚੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਉਂਦੀ ਹਾਂ। ਅਤੇ ਇਹ ਕੱਪੜੇ ਤਾਂ ਮੈਂ ਸੈਕਿੰਡ ਹੈਂਡ ਲਏ ਹਨ। ਇਹ ਮੇਕਅਪ ਵੀ ਇੰਨਾ ਮਹਿੰਗਾ ਨਹੀਂ ਹੈ। ਮਾਂ, ਮੈਂ ਕੋਈ ਅਜਿਹੀ ਕੰਮ ਨਹੀਂ ਕਰਦੀ ਜਿਸ ਨਾਲ ਤੁਹਾਡੀ ਬਦਨਾਮੀ ਹੋਵੇ, ਅਤੇ ਤੁਸੀਂ ਤਾਂ ਜਾਣਦੇ ਹੋ ਮੈਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਹੈ। ਤੁਸੀਂ ਤਾਂ ਮੈਨੂੰ ਇਸ ਤਰ੍ਹਾਂ ਸ਼ੱਕੀ ਨਜ਼ਰਾਂ ਨਾਲ ਦੇਖ ਰਹੇ ਹੋ ਜਿਵੇਂ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੋਵੇ। ਮੈਂ ਕਿਹਾ, ਠੀਕ ਹੈ, ਅੱਜ ਮੈਂ ਤੇਰੇ ਕਮਰੇ 'ਚ ਪਾਵਾਂਗੀ। ਤੇਰਾ ਕਮਰਾ ਕਾਫੀ ਆਰਾਮਦਾਇਕ ਹੈ। ਮੇਰੀ ਗੱਲ ਸੁਣ, ਉਹ ਪਰੇਸ਼ਾਨ ਹੋ ਗਈ। ਬੋਲੀ, ਮਾਂ ਮੈਨੂੰ ਤਾਂ ਇਕੱਲੇ ਹੀ ਨੀਂਦ ਆਉਂਦੀ ਹੈ ਅਤੇ ਮੈਂ ਰਾਤ ਨੂੰ ਬਹੁਤ ਦੇਰ ਤੱਕ ਜਾਗਦੀ ਹਾਂ। ਤੁਸੀਂ ਇੱਥੇ ਪੈ ਕੇ ਕੀ ਕਰੋਗੇ? ਮੈਂ ਕਿਹਾ ਕਿ ਨਹੀਂ, ਮੈਂ ਤਾਂ ਇੱਥੇ ਹੀ ਪੈਣਾ ਹੈ, ਚਾਹੇ ਕੁਝ ਵੀ ਹੋ ਜਾਵੇ। ਮੇਰੇ ਜ਼ਿਆਦਾ ਕਹਿਣ 'ਤੇ ਉਸਨੇ ਕਿਹਾ ਕਿ ਠੀਕ ਹੈ, ਤੁਸੀਂ ਇੱਥੇ ਪੈ ਜਾਓ, ਤੁਸੀਂ ਕਾਫੀ ਥੱਕੇ ਹੋਏ ਹੋ, ਮੈਂ ਤੁਹਾਡੇ ਲਈ ਦੁੱਧ ਦਾ ਗਿਲਾਸ ਲੈ ਕੇ ਆਉਂਦੀ ਹਾਂ। ਮੇਰੀ ਬੇਟੀ ਰਸੋਈ 'ਚ ਗਈ ਅਤੇ ਵਾਪਸ ਆਈ ਤਾਂ ਉਸਦੇ ਹੱਥ 'ਚ ਦੁੱਧ ਦਾ ਗਿਲਾਸ ਸੀ। ਉਸ ਕੋਲ ਦੁੱਧ ਦਾ ਗਿਲਾਸ ਲੈ ਕੇ ਮੈਂ ਪੀ ਲਿਆ ਅਤੇ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਾ। ਜਦੋਂ ਅੱਖ ਖੁੱਲ੍ਹੀ ਤਾਂ ਮੇਰੀ ਧੀ ਮੇਰੇ ਸਾਹਮਣੇ ਹੀ ਬੈਠੀ ਸੀ। ਉਸਦੇ ਚਿੱਟੇ ਰੰਗ ਦੇ ਚਮਕੀਲੇ ਕੱਪੜੇ ਪਾ ਰੱਖੇ ਸਨ। ਉਸਦੇ ਕੱਪੜੇ ਤੇ ਮੇਕਅਪ ਦੇਖ ਮੈਂ ਹੈਰਾਨ ਰਹਿ ਗਈ। ਮੈਂ ਕਿਹਾ, ਬੇਟਾ ਤੂੰ ਸਵੇਰੇ ਸਵੇਰੇ ਇੰਨੀ ਤਿਆਰ ਕਿਵੇਂ ਹੋਣ ਲੱਗੀ ਹੈ? ਤਾਂ ਉਸਨੇ ਕਿਹਾ ਕਿ ਸਵੇਰੇ ਸਵੇਰੇ ਹੀ ਤਾਂ ਤਿਆਰ ਹੋਇਆ ਜਾਂਦਾ ਹੈ ਅਤੇ ਅੱਜ ਤਾਂ ਐਤਵਾਰ ਹੈ। ਮੈਂ ਸੋਚਿਆ ਕਿ ਤਿਆਰ ਹੋ ਜਾਂਦੀ ਹਾਂ। ਮੈਂ ਬੱਚਿਆਂ ਨੂੰ ਐਕਸਟਰਾ ਟਿਊਸ਼ਨ ਵੀ ਪੜ੍ਹਾਉਂਦੀ ਹਾਂ ਤਾਂ ਮੈਨੂੰ ਹਰ ਵੇਲੇ ਤਿਆਰ ਰਹਿਣਾ ਪੈਂਦਾ ਹੈ। ਫਿਰ ਮੇਰੀ ਬੇਟੀ ਨੇ ਇੱਕ ਅਜਿਹੀ ਗੱਲ ਆਖੀ ਜਿਸ ਨਾਲ ਮੈਂ ਹੈਰਾਨ ਰਹਿ ਗਈ। ਕਹਿਣ ਲੱਗੀ ਕਿ ਮਾਂ, ਮੇਰੇ ਲਈ ਕੋਈ ਚੰਗਾ ਜਿਹਾ ਲੜਕਾ ਦੇਖੋ ਅਤੇ ਮੇਰਾ ਵਿਆਹ ਕਰ ਦਿਓ। ਮੈਂ ਆਪਣਾ ਦਾਜ ਵੀ ਖੁਦ ਹੀ ਬਣਾ ਲਵਾਂਗੀ। ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣਾ ਖਰਚਾ ਕੱਢ ਲਵਾਂਗੀ। ਮੈਂ ਤੁਹਾਡੇ 'ਤੇ ਬੋਝ ਨਹੀਂ ਬਣਨਾ, ਕਿਉਂਕਿ ਘਰ ਦਾ ਮਾਹੌਲ ਪਹਿਲਾਂ ਹੀ ਬਹੁਤ ਖਰਾਬ ਸੀ। ਪਾਪਾ ਜੀ ਜੋ ਪੈਸੇ ਕਮਾਉਂਦੇ ਹਨ ਉਹ ਸ਼ਰਾਬ ਪੀਣ 'ਚ ਲਾ ਦਿੰਦੇ ਹਨ ਅਤੇ ਤੁਹਾਡੇ ਨਾਲ ਲੜਦੇ ਹਨ। ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਕੋਈ ਹੰਗਾਮਾ ਹੋਵੇ। ਆਪਣੀ ਬੇਟੀ ਦੀ ਇਹ ਗੱਲ ਸੁਣ ਮੈਨੂੰ ਉਸ 'ਤੇ ਹੋਰ ਜ਼ਿਆਦਾ ਸ਼ੱਕ ਹੋ ਗਿਆ। ਮੇਰੀ ਬੇਟੀ ਇੰਨੀ ਕੁ ਉਮਰ 'ਚ ਵਿਆਹ ਦੀਆਂ ਗੱਲਾਂ ਕਰ ਰਹੀ ਸੀ। ਉਸ ਦੇ ਸ਼ਬਦਾਂ 'ਚ ਕੋਈ ਝਿਜਕ ਨਹੀਂ ਸੀ। ਉਸ ਦਿਨ ਮੈਂ ਬਹੁਤ ਪਰੇਸ਼ਾਨ ਰਹੀ। ਅਗਲੇ ਦਿਨ ਮੇਰੀ ਨਨਾਣ ਰੀਤ ਘਰ ਆਈ ਤਾਂ ਉਸਦੇ ਹੱਥ 'ਚ ਕੱਪੜਿਆਂ ਦਾ ਥੈਲਾ ਸੀ। ਮੈਂ ਆਉਣ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗੀ ਕਿ ਤੇਰੀ ਬੇਟੀ ਲਈ ਆਈ ਹਾਂ। ਮੈਨੂੰ ਮੇਰੀ ਨਨਾਣ 'ਤੇ ਬਹੁਤ ਗੁੱਸਾ ਆਇਆ। ਮੈਂ ਕਿਹਾ ਕਿ ਮੇਰੀ ਬੇਟੀ ਲਈ ਕਿਉਂ ਆਈ ਹੈ? ਉਸਨੇ ਕਿਹਾ ਕਿ ਪਹਿਲਾਂ ਵਾਅਦਾ ਕਰਕੇ ਤੂੰ ਆਪਣੀ ਬੇਟੀ ਨੂੰ ਮੇਰੇ ਨਾਲ ਭੇਜੇਂਗੀ ਤਾਂ ਮੈਂ ਤੇਰੀ ਬੇਟੀ ਬਾਰੇ ਸਾਰੀਆਂ ਗੱਲਾਂ ਦੱਸਾਂਗੀ ਜੋ ਅੱਜ ਤੱਕ ਉਹ ਕਰਦੀ ਆ ਰਹੀ ਸੀ। ਤੂੰ ਮੇਰੀਆਂ ਲੜਕੀਆਂ ਨੂੰ ਤਾਂ ਜਾਣਦੀ ਹੀ ਹੈ ਕਿ ਮੇਰੀਆਂ ਲੜਕੀਆਂ ਪੜ੍ਹਨ 'ਚ ਕਮਜ਼ੋਰ ਅਤੇ ਤੇਰੀ ਬੇਟੀ ਪੜ੍ਹਨ 'ਚ ਬਹੁਤ ਤੇਜ਼ ਸੀ। ਅਤੇ ਜਦੋਂ ਮੈਂ ਉਸ ਬਾਰੇ ਹੋਸਟਲ ਤੋਂ ਜਾਣਕਾਰੀ ਲਈ ਤਾਂ ਉਸਦੇ ਇੱਕ ਅਧਿਆਪਕ ਨੇ ਉਸ ਬਾਰੇ ਇੰਨਾ ਚੰਗਾ ਦੱਸਿਆ ਤਾਂ ਮੈਂ ਉਸੇ ਦਿਨ ਤੋਂ ਤੈਅ ਕਰ ਲਿਆ ਸੀ ਕਿ ਤੇਰੀ ਬੇਟੀ ਨੂੰ ਲਾਲਚ ਦੇਵਾਂਗੀ ਤਾਂ ਉਹ ਮੇਰੇ ਘਰ ਆਇਆ ਕਰੇਗੀ, ਕਿਉਂਕਿ ਤੁਹਾਡੇ ਘਰ ਦੀ ਅਜਿਹੀ ਹਾਲਤ ਸੀ ਕਿ ਤੁਸੀਂ ਦੋਵੇਂ ਪਤੀ ਪਤਨੀ ਲੜਦੇ ਰਹਿੰਦੇ ਸੀ ਅਤੇ ਤੁਹਾਡੀ ਬੇਟੀ ਪਰੇਸ਼ਾਨ ਰਹਿੰਦੀ ਸੀ ਅਤੇ ਪੈਸਿਆਂ ਦੀ ਤੰਗੀ ਕਰਕੇ ਉਹ ਕੁਝ ਕਰ ਵੀ ਨਹੀਂ ਸਕਦੀ ਸੀ। ਮੈਂ ਉਸ ਨੂੰ ਕਿਹਾ ਤਾਂ ਉਹ ਦਿਨ 'ਚ ਮੇਰੀਆਂ ਲੜਕੀਆਂ ਨੂੰ ਪੜ੍ਹਾਉਂਦੀ ਸੀ ਅਤੇ ਰਾਤ ਨੂੰ ਮੇਰੇ ਬੇਟੇ ਨਾਲ ਡਾਂਸ ਬਾਰ 'ਚ ਡਾਂਸ ਕਰਿਆ ਕਰਦੀ ਸੀ, ਜਿਸ ਕਰਕੇ ਘਰ 'ਚ ਪੈਸੇ, ਕੱਪੜਿਆਂ ਅਤੇ ਹੋਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਕਿਉਂਕਿ ਤੇਰੀ ਬੇਟੀ ਪੜ੍ਹਾਈ 'ਚ ਹੁਸ਼ਿਆਰ ਹੋਣ ਦੇ ਨਾਲ ਨਾਲ ਖੂਬਸੂਰਤ ਵੀ ਸੀ ਤਾਂ ਮੈਂ ਉਸ ਨੂੰ ਰਾਤ ਨੂੰ ਲਾਲਚ ਦੇ ਕੇ ਲੈ ਜਾਂਦੀ ਸੀ। ਇਸ ਲਈ ਡਾਂਸ ਕਰਦੇ ਹੋਏ ਉਸ ਦੇ ਪੈਰਾਂ 'ਚ ਕਿਤੇ ਕਿਤੇ ਉਸ ਨੂੰ ਬਹੁਤ ਤਕਲੀਫ ਹੁੰਦੀ ਸੀ, ਜਿਸ ਕਰਕੇ ਉਹ ਲੰਗੜਾ ਕੇ ਚੱਲਦੀ ਸੀ ਅਤੇ ਦਿਨੇ ਜਦੋਂ ਉਹ ਗਾਇਬ ਹੁੰਦੀ ਸੀ ਤਾਂ ਮੇਰੀਆਂ ਬੇਟੀਆਂ ਨੂੰ ਪੜ੍ਹਾਉਂਦੀ ਸੀ। ਅਤੇ ਹਾਂ, ਮੈਂ ਉਸ ਨੂੰ ਇੱਕ ਅਜਿਹੀ ਦਵਾਈ ਵੀ ਪਿਆਉਂਦੀ ਸੀ ਜਿਸ ਨਾਲ ਉਹ ਉਮਰ ਤੋਂ ਪਹਿਲਾਂ ਵੱਡੀ ਹੋ ਜਾਵੇ
ਜਿਸ ਕਰਕੇ ਤੇਰੀ ਬੇਟੀ ਬਹੁਤ ਬਦਲੀ ਜਿਹੀ ਦਿਸਦੀ ਸੀ, ਜਦੋਂ ਕਿ ਉਹ ਮੇਰੀਆਂ ਬੇਟੀਆਂ ਤੋਂ ਛੋਟੀ ਸੀ ਪਰ ਦਿਸਦੀ ਵੱਡੀ ਸੀ। ਉਸ ਕਰਕੇ ਹੀ ਮੇਰੇ ਘਰ ਪੈਸੇ ਆਉਣ ਲੱਗੇ ਤੇ ਲੜਕੀਆਂ ਵੀ ਚੰਗੀ ਤਰ੍ਹਾਂ ਪੜ੍ਹਨ ਲੱਗੀਆਂ ਹਨ। ਹੁਣ ਤੇਰੀ ਭਲਾਈ ਇਸੇ 'ਚ ਹੈ ਕਿ ਤੂੰ ਚੁੱਪਚਾਪ ਬੈਠ ਤੇ ਮੈਂ ਉਸ ਨੂੰ ਹੁਣ ਬਾਹਰ ਵਿਦੇਸ਼ ਭੇਜ ਦੇਵਾਂਗੀ। ਮੈਂ ਆਪਣੀ ਨਨਾਣ ਦੀ ਗੱਲ ਸੁਣਦੇ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਹਸਪਤਾਲ ਦੇ ਬੈੱਡ 'ਤੇ ਸੀ। ਹੋਸ਼ 'ਚ ਆਈ ਤਾਂ ਆਪਣੀ ਨਨਾਣ ਤੋਂ ਪੁੱਛਿਆ ਕਿ ਉਸਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਉਸਨੇ ਕਿਹਾ ਕਿ ਜਦੋਂ ਤੂੰ ਮੇਰੇ ਭਰਾ ਨੂੰ ਆਪਣਾ ਦੀਵਾਨਾ ਬਣਾਇਆ ਸੀ, ਉਹ ਮੈਨੂੰ ਤੇ ਮੇਰੇ ਮਾਂ-ਬਾਪ ਨੂੰ ਵੀ ਭੁੱਲ ਗਿਆ ਸੀ। ਉਸ ਦੇ ਗਮ 'ਚ ਮੇਰੇ ਮਾਂ-ਬਾਪ ਮਰ ਗਏ ਹਨ। ਉਦੋਂ ਤੋਂ ਹੀ ਮੈਂ ਤੇਰੇ ਤੋਂ ਬਦਲਾ ਲੈਣ ਦੀ ਸੋਚਣ ਲੱਗੀ ਸੀ। ਤੂੰ ਸਿਰਫ ਆਪਣੇ ਬਾਰੇ ਹੀ ਸੋਚਦੀ ਸੀ। ਮੇਰੀ ਤੇ ਮੇਰੇ ਭਰਾ ਦੀ ਕੋਈ ਪਰਵਾਹ ਨਹੀਂ ਸੀ ਤੈਨੂੰ। ਭਰਾ ਨੇ ਮੇਰਾ ਵਿਆਹ ਇੱਕ ਅਜਿਹੇ ਆਦਮੀ ਨਾਲ ਕਰ ਦਿੱਤਾ ਜੋ ਸਿਰਫ ਤਵਾਇਦ ਦੇ ਕੋਠੇ 'ਤੇ ਹੀ ਬੈਠਾ ਰਹਿੰਦਾ ਸੀ ਤੇ ਉਸ ਨੂੰ ਘਰ ਦੀ ਕੋਈ ਚਿੰਤਾ ਨਹੀਂ ਸੀ। ਇਸੇ ਦਾ ਮੈਂ ਬਦਲਾ ਲੈ ਰਹੀ ਸੀ ਤੇ ਤੇਰੇ ਬੇਟੀ ਨੂੰ ਵੀ ਮੈਂ ਉਸੇ ਜਗ੍ਹਾ ਪਹੁੰਚਾ ਦਿੱਤਾ। ਮੇਰੀ ਨਨਾਣ ਬੋਲ ਕੇ ਹਟ ਗਈ। ਮੈਂ ਸੋਚਿਆ ਮੈਂ ਆਪਣੇ ਘਰ ਦੇ ਝਗੜਿਆਂ 'ਚ ਬਿਜ਼ੀ ਹੋ ਜਾਂਦੀ ਸੀ, ਇਸ ਲਈ ਆਪਣੀ ਬੱਚੀ 'ਤੇ ਧਿਆਨ ਨਹੀਂ ਦਿੱਤਾ, ਜਿਸ ਦਾ ਨਤੀਜਾ ਮੈਨੂੰ ਮਿਲ ਗਿਆ ਹੈ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।